यानी कि इतने माँ बाप इस तरह हग नहीं करते, गले नहीं मिलते जी। सासू माँ अल्लाह हाफिज, बाय बाय। ਇੱਥੇ ਮੇਰੀ ਬੇਗਮ ਰਹਿੰਦੀ ਸੀ ਔਰ ਜਾਪਾਨ ਦੇ ਵਿੱਚ ਮੈਂ ਪਹਿਲੀ ਦਫਾ ਇੱਥੇ ਹੀ ਆਇਆ ਸਾਂ। ਇਹ ਦਿਲਾਂ ਦੇ ਸੌਦੇ ਹੁੰਦੇ ਨੇ, ਮਜਬੂਰੀ ਨਾਲ ਤੁਸੀਂ ਇੱਕ ਦਿਨ ਵੀ ਨਹੀਂ ਰਹਿ ਸਕਦੇ ਤੇ ਦਿਲ ਨਾਲ ਤੁਸੀਂ ਸਾਰੀ ਜ਼ਿੰਦਗੀ ਗੁਜ਼ਾਰ ਸਕਦੇ ਹੋ। ਵਗਾਤਾ ਹਾਈ ਗੰਬਾਰਾ ਨਾਈ। ਜਾਪਾਨ ਦੇ ਵਿੱਚ ਜਦੋਂ ਮੈਂ ਪਹਿਲੀ ਦਫਾ ਆਇਆ ਸਾਂ, ਇਹੀ ਜਗ੍ਹਾ ਸੀ ਜਿੱਥੇ ਮੈਂ ਪਹਿਲੀ ਦਫਾ ਇਹਦੇ ਕੋਲ ਇੱਥੇ ਆ ਕੇ ਇਹਦੇ ਕੋਲ ਰਿਹਾ ਸਾਂ। ਇਹਨਾਂ ਗਲੀਆਂ 'ਚ ਮੇਰੀ ਬੇਗਮ ਦਾ ਬਚਪਨ ਗੁਜ਼ਰਿਆ। ਜਾਪਾਨ ਦੇ ਵਿੱਚ ਜਦੋਂ ਜੈਪਨੀਜ਼ ਖਾਤੂਨ ਜਿਹੜੀ ਹੈ ਉਹ ਫੋਰਨਰ ਨਾਲ ਸ਼ਾਦੀ ਕਰਦੀ, ਇਹਨਾਂ ਨੂੰ ਸਾਬਤ ਕਰਨਾ ਪੈਂਦਾ ਕਿ ਉਹ ਠੀਕ ਠਾਕ ਹੈ, ਉਹਦੀ ਇਨਕਮ ਵਗੈਰਾ ਠੀਕ ਹੈ ਤੇ ਇੱਕ ਨੋਰਮਲ ਜੀ ਜੌਬ ਕਰਦੀ ਸੀ। ਲੇਕਿਨ ਕਿ ਇਹਨੂੰ ਫਿਰ ਇਹਨੇ ਆਪਣੀ ਮਾਂ ਤੋਂ ਅਲੱਗਾ ਹੋ ਕੇ ਇੱਕ ਅਪਾਰਟਮੈਂਟ ਦੇ ਵਿੱਚ ਰਿਹਾਇਸ਼ ਇਖਤਿਆਰ ਕੀਤੀ ਸੀ। ਇਹ ਦੋਸਤੋ ਮੇਰੇ ਪਿੱਛੇ ਅਪਾਰਟਮੈਂਟ ਵੇਖ ਰਹੇ ਹੋ, ਇਸ ਬਿਲਡਿੰਗ ਦੇ ਉੱਤੇ ਜਿਹੜਾ ਦੂਸਰਾ ਫਲੋਰ ਹੈ ਨਾ, ਇਹ ਐਂਡ ਵਾਲਾ ਕਮਰਾ, ਇੱਥੇ ਮੇਰੀ ਬੇਗਮ ਰਹਿੰਦੀ ਸੀ ਔਰ ਜਾਪਾਨ ਦੇ ਵਿੱਚ ਮੈਂ ਪਹਿਲੀ ਦਫਾ ਇੱਥੇ ਹੀ ਆਇਆ ਸਾਂ। ਤੇ ਇਹ ਗਲੀਆਂ ਵੇਖ ਰਹੇ ਹੋ, ਬਿਲਕੁਲ ਸन्नाटा, ਨੋਰਮਲ ਦਿਨ, ਕੋਈ ਬੰਦਾ ਨਹੀਂ, ਖਾਮੋਸ਼ੀ। ਤੇ ਮੈਂ ਇੱਥੇ ਆ ਕੇ ਬੜਾ ਪਰੇਸ਼ਾਨ ਹੋ ਗਿਆ ਸਾਂ। When first I came here, it was so silent for me, like super silent. I felt like I cannot survive here in this environment. ਤੇ ਇਸ ਅਪਾਰਟਮੈਂਟ ਦੇ ਵਿੱਚ ਮੈਂ ਸਿਰਫ 10 ਦਿਨ ਰਿਹਾ ਸਾਂ ਔਰ ਮੈਂ ਕਿਹਾ ਸੀ ਕਿ ਭਾਈ ਮੈਂ ਨਹੀਂ ਇੱਥੇ ਰਹਿ ਸਕਦਾ, ਮੈਂ ਵੱਡੇ ਸ਼ਹਿਰ ਕਿਸੇ ਜਾਵਾਂਗਾ, ਓਸਾਕਾ 'ਚ ਮੇਰੇ ਅੱਬੂ ਦੇ ਇੱਕ ਦੋਸਤ ਸਨ ਤੇ ਮੈਂ ਫਿਰ ਉਹਨਾਂ ਕੋਲ ਚਲਾ ਗਿਆ ਸਾਂ। ਉੱਥੇ ਮੈਂ ਕੋਈ 1-1.5 ਮਹੀਨਾ ਉਹਨਾਂ ਕੋਲ ਰੁਕਿਆ ਸਾਂ। ਫਿਰ ਮੈਂ ਉੱਥੇ ਆਪਣਾ ਨਵਾਂ ਇੱਕ ਅਲੱਗ ਅਪਾਰਟਮੈਂਟ ਲੈ ਲਿਆ ਸੀ ਤੇ ਉਸ ਅਪਾਰਟਮੈਂਟ ਦੇ ਵਿੱਚ ਫਿਰ ਮੈਂ 6 ਮਹੀਨੇ ਗੁਜ਼ਾਰੇ ਸਨ। ਫਿਰ ਇਹ ਮੇਰੀ ਵਾਈਫ ਇੱਥੋਂ 6 ਮਹੀਨੇ ਬਾਅਦ ਉੱਥੇ ਗਈ ਸੀ ਤੇ ਫਿਰ ਅਸੀਂ ਆਪਣੀ ਜ਼ਿੰਦਗੀ ਦਾ ਆਗਾਜ਼ ਕੀਤਾ ਸੀ। ਤੇ ਮੈਂ ਤੁਹਾਨੂੰ ਦੱਸ ਰਿਹਾ ਸਾਂ ਕਿ ਇਹ ਆਪਣੀ ਮਾਂ ਦੇ ਨਾਲ ਰਹਿੰਦੀ ਸੀ ਔਰ ਇਹ ਬਹੁਤ ਹੀ ਨੋਰਮਲ ਹਾਲਾਤ ਦੇ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਸਨ। ਉਹਨਾਂ ਹਾਲਾਤਾਂ ਦੇ ਵਿੱਚ ਅਗਰ ਇਹ ਮੇਰੇ ਨਾਲ ਸ਼ਾਦੀ ਕਰਦੀ, ਅਗਰ ਤੇ ਮੈਂ ਜਾਪਾਨ ਦੇ ਵਿੱਚ ਮੌਜੂਦ ਹੁੰਦਾ ਤੇ ਮੇਰਾ ਈਜ਼ੀਲੀ ਵੀਜ਼ਾ, ਸ਼ਾਦੀ ਵਾਲਾ ਵੀਜ਼ਾ ਕਨਵਰਟ ਹੋ ਜਾਂਦਾ। ਮੈਂ ਵਰਕ ਵੀਜ਼ੇ 'ਤੇ ਹੁੰਦਾ, ਇਹਦੇ ਨਾਲ ਸ਼ਾਦੀ ਕਰਦਾ, ਮੇਰਾ ਸ਼ਾਦੀ ਵਾਲਾ ਵੀਜ਼ਾ ਕਨਵਰਟ ਹੋ ਜਾਂਦਾ ਨਾ, ਸਟੂਡੈਂਟ ਹੁੰਦਾ ਤਾਂ ਵੀ। ਲੇਕਿਨ ਕਿ ਮੈਂ ਪਾਕਿਸਤਾਨ ਸਾਂ ਔਰ ਇਸ ਵਜ੍ਹਾ ਤੋਂ ਇਹਨੂੰ ਇਹ ਸਾਬਤ ਕਰਨਾ ਬਹੁਤ ਮੁਸ਼ਕਿਲ ਸੀ ਕਿ ਇਹ ਇੰਨੇ ਕੁ ਪੈਸੇ ਕਮਾਉਂਦੀ ਹੈ ਕਿ ਅਗਰ ਇਹਦਾ ਹਸਬੈਂਡ ਜਾਪਾਨ ਆਉਂਦਾ ਔਰ ਆ ਕੇ ਜੋਬ ਨਹੀਂ ਕਰ ਸਕਦਾ ਕੁਝ ਮਹੀਨੇ, ਤੇ ਇਹ ਸਰਵਾਈਵ ਕਰ ਲੈਣਗੇ ਔਰ ਗੌਰਮੈਂਟ ਦੇ ਉੱਤੇ ਬੋਝ ਨਹੀਂ ਬਣਨਗੇ। ਇਹੀ ਵਜ੍ਹਾ ਤੋਂ ਇਹਨੂੰ ਆਪਣੀ ਮਾਂ ਤੋਂ ਅਲੱਗਾ ਹੋਣਾ ਪਿਆ, ਜਿਹਦਾ ਮੈਂ ਅੱਜ ਵੀ ਸ਼ੁਕਰਗੁਜ਼ਾਰ ਹਾਂ। ਇਹ ਆਪਣੀ ਮਾਂ ਤੋਂ ਅਲੱਗਾ ਹੋਈ ਔਰ ਇਹਨੇ ਅਲੱਗ ਤੋਂ ਆਪਣਾ ਟੈਕਸ ਪੇ ਕਰਨਾ ਸ਼ੁਰੂ ਕੀਤਾ। ਅਲੱਗ ਤੋਂ ਇਹ ਵਾਲਾ ਅਪਾਰਟਮੈਂਟ ਲਿਆ, ਭਾਵੇਂ ਛੋਟਾ ਜਿਹਾ ਲਿਆ, ਸਾਰੇ ਟੈਕਸ ਪੇ ਕੀਤੇ। ਤਕਰੀਬਨ 6 ਮਹੀਨੇ ਇਹ ਇਸੇ ਤਰ੍ਹਾਂ ਇਹਨੇ ਆਪਣਾ ਸਾਰਾ ਟੈਕਸ ਪੇ ਕਰਨ ਤੋਂ ਬਾਅਦ ਫਿਰ ਇਹ ਡਿਸਾਈਡ ਕੀਤਾ, ਫਿਰ ਇਹ ਮੇਰੇ ਨਾਲ ਆਈ। ਇਹ ਨਵਾਂ ਘਰ ਬਣਿਆ ਇੱਥੇ ਦੱਸਦੀ ਪਈ ਹੈ ਤੇ ਫਿਰ ਇਹ ਪਾਕਿਸਤਾਨ ਆਈ, ਫਿਰ ਇਹਨੇ ਮੇਰੇ ਨਾਲ ਸ਼ਾਦੀ ਕੀਤੀ। ਫਿਰ ਦੁਬਾਰਾ ਇਹਨੇ ਫਿਰ 6 ਮਹੀਨੇ ਲਾਤੇ ਮੈਨੂੰ ਬੁਲਾਉਣ ਤੇ। ਮੈਂ ਇਹਨੂੰ ਕਦੀ ਤੰਗ ਨਹੀਂ ਕੀਤਾ, ਮੈਂ ਹਮੇਸ਼ਾ ਇਹਦਾ ਸ਼ੁਕਰਗੁਜ਼ਾਰ ਹੀ ਹਾਂ। ਤੇ ਅਕਸਰ ਲੋਕ ਕਹਿੰਦੇ ਨੇ ਕਿ ਯਾਰ ਇਹ ਬੜੀ ਚੰਗੀ ਹੈ ਤੇਰੀ ਬੀਵੀ, ਇਹਨੂੰ ਛੱਡੀ ਨਾ, ਇਹਨੂੰ ਇੰਝ ਨਾ ਕਰੀ, ਨੂੰ ਇੰਝ ਨਾ ਕਰੀ। ਮੈਂ ਕਹਿੰਦਾ ਕਿ ਯਾਰ ਮੈਂ ਕਿਉਂ ਛੱਡਾਂਗਾ, ਮੈਨੂੰ ਪਤਾ ਹੈ ਕਿ ਕਿੰਨੀ ਕੁ ਚੰਗੀ ਹੈ ਮੇਰੇ ਵਾਸਤੇ ਨਾ, ਤੇ ਮੈਂ ਕਿੰਨਾ ਵੱਡਾ ਬੇਵਕੂਫ ਹੋਵਾਂਗਾ ਕਿ ਮੈਂ ਇਹਨੂੰ ਛੱਡਾਂਗਾ। ਲੇਕਿਨ ਇਹ ਕਿ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ। ਮੈਂ ਹਕੀਕਤ ਪਸੰਦ ਵੀ ਬਹੁਤ ਜ਼ਿਆਦਾ ਵਾਂ ਜ਼ਿੰਦਗੀ ਦੇ ਵਿੱਚ, ਕਦੀ ਐਸਾ ਮੋੜ ਆ ਵੀ ਜਾਂਦਾ ਹੈ। ਹੁਣ ਅਗਰ ਉਹਨੂੰ ਮੈਂ ਪਸੰਦ ਨਹੀਂ ਆਉਂਦਾ ਤੇ ਫਿਰ ਤਾਂ ਮੈਂ ਕੁਛ ਨਹੀਂ ਕਰ ਸਕਦਾ ਨਾ, ਉਹਨੂੰ ਮਜਬੂਰ ਵੀ ਨਹੀਂ ਕਰ ਸਕਦਾ। ਇਹ ਦਿਲਾਂ ਦੇ ਸੌਦੇ ਹੁੰਦੇ ਨੇ, ਇਹ ਮਜਬੂਰੀ ਨਾਲ ਤੁਸੀਂ ਇੱਕ ਦਿਨ ਵੀ ਨਹੀਂ ਰਹਿ ਸਕਦੇ ਤੇ ਦਿਲ ਨਾਲ ਤੁਸੀਂ ਸਾਰੀ ਜ਼ਿੰਦਗੀ ਗੁਜ਼ਾਰ ਸਕਦੇ ਹੋ। ਬਸ ਮੈਂ ਆਪਣੇ ਵਾਸਤੇ ਵੀ ਔਰ ਸਭ ਵਾਸਤੇ ਇਹੀ ਦੁਆ ਕਰਨਾ ਕਿ ਅੱਲਾਹ ਤਾਲਾ ਤੁਹਾਨੂੰ ਦਿਲ ਨਾਲ ਆਪਸ 'ਚ ਰਹਿਣ ਦੀ ਤੌਫੀਕ ਅਤਾ ਫਰਮਾਏ, ਕਿਉਂਕਿ ਮਜਬੂਰੀ 'ਚ ਰਹਿਣਾ ਜਿਹੜਾ ਨਾ ਉਹ ਇੱਕ ਜਹੰਨਮਨੁਮਾ ਜ਼ਿੰਦਗੀ ਹੋ ਜਾਂਦੀ ਹੈ, ਉਹ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ। ਬਾਕੀ ਅਲਹਮਦੁਲਿਲਾ ਸਾਡਾ ਤੇ ਬੜਾ ਅੱਛਾ ਗੁਜ਼ਰ ਰਿਹਾ, ਜ਼ਿੰਦਗੀ ਅੱਛੀ ਗੁਜ਼ਰ ਰਹੀ ਹੈ, ਅੱਗੋਂ ਵੀ ਇਸ ਤਰ੍ਹਾਂ ਹੀ ਗੁਜ਼ਰਦੀ ਰਹੇਗੀ, ਅੱਲਾ ਖੈਰ ਕਰੇਗਾ। ਚਲਿਏ ਹੁਣ ਮੈਪ ਹੀ ਨਹੀਂ ਲਾਉਣ ਦੇ ਰਹੀ, ਕਹਿੰਦੀ ਮੈਪ ਨਹੀਂ ਲਾਣਾ, ਮੈਂ ਤੈਨੂੰ ਆਪ ਲੈ ਕੇ ਜਾਵਾਂਗੀ ਜਿੱਥੇ ਜਾਣਾ। ਇਹ ਹੁੰਦਾ ਹੈ ਆਪਣੇ ਇਲਾਕੇ ਦੇ ਫਾਇਦੇ, ਹਰ ਜਗ੍ਹਾ ਦਾ ਇਹਨੂੰ ਪਤਾ ਹੈ, ਰਸਤਿਆਂ ਦਾ ਪਤਾ ਹੈ, ਸੜਕਾਂ ਦਾ ਪਤਾ ਹੈ, ਗਲੀਆਂ ਦਾ ਪਤਾ ਹੈ। ਹਾਂ, ਕਿਧਰੇ ਵੀ ਅਸੀਂ ਜਾ ਰਹੇ ਹਾਂ, ਸ਼ਾਪਿੰਗ ਕਰਨ ਜਾ ਰਹੇ ਹਾਂ, ਕਿਸੇ ਸਟੋਰ 'ਚ ਜਾ ਰਹੇ ਹਾਂ ਨਾ, ਉੱਥੇ ਕੋਈ ਬਾਬੇ ਜਾਂ ਮਾਈਆਂ ਕਹਿੰਦੀ ਹੈ ਸਾਰੇ ਬੰਦਿਆਂ ਨੂੰ ਮੈਂ ਤਕਰੀਬਨ ਜਾਣਨੀ ਹਾਂ, ਇਹਨਾਂ ਦੇ ਫੇਸ ਨੂੰ ਮੈਂ ਪਹਿਚਾਣਨੀ ਹਾਂ, ਕਿਉਂਕਿ ਇਹਨੇ ਸਾਰੀ ਜ਼ਿੰਦਗੀ ਇੱਥੇ ਗੁਜ਼ਾਰੀ ਹੈ। ਤੇ ਇਹ ਬੜਾ ਅੱਛਾ ਲੱਗਦਾ, ਇੰਝ ਲੱਗਦਾ ਬੰਦਾ ਬਿਲਕੁਲ ਇੰਝ ਸੇਫ ਹੈ ਆਪਣੇ ਏਰੀਆ ਦੇ ਵਿੱਚ ਨਾ, ਬਹੁਤ ਅੱਛੀ ਫੀਲਿੰਗ ਆਉਂਦੀ ਹੈ। ਜਿਹੜੇ ਪ੍ਰਦੇਸ਼ ਰਹਿਣ ਵਾਲੇ ਉਹਨਾਂ ਨੂੰ ਪਤਾ ਲੱਗੇਗਾ ਜਦੋਂ 8 ਸਾਲ ਬਾਅਦ ਆਪਣੇ ਸ਼ਹਿਰ ਜਾਂਦੇ ਹੋਣਗੇ, ਆਪਣੇ ਇਲਾਕੇ 'ਚ ਜਾਂਦੇ ਹੋਣਗੇ, ਕਿੰਨੀਆਂ ਚੀਜ਼ਾਂ ਚੇਂਜ ਹੁੰਦੀਆਂ। ਲੇਕਿਨ ਲੋਕ ਤੇ ਉਹੀ ਹੁੰਦੇ ਨੇ ਨਾ, ਗਲੀ ਮੁਹੱਲੇ ਦੇ ਖਾਸ ਤੌਰ 'ਤੇ ਕਰੀਬ ਵਾਲੇ। ਅਸੀਂ ਜਿਹੜਾ ਨਾ ਸਾਰਾ ਦਿਨ ਘੁੰਮ ਫਿਰ ਕੇ ਤੇ ਡੇਲੀ ਜਿਹੜਾ ਨਾ ਸ਼ਾਮ ਨੂੰ ਇਹਨਾਂ ਕੋਲ ਆ ਜਾਂਦੇ ਹਾਂ, ਹਾਜ਼ਰੀ ਦਿੰਦੇ ਹਾਂ, ਮਤਲਬ ਹੈ ਕਿ ਥੋੜੀ ਗੱਪਸ਼ਪ ਲਾਉਂਦੇ ਹਾਂ, ਸਾਰੇ ਦਿਨ ਦੀ ਗੱਲਬਾਤ ਕਰਨੇ ਹਾਂ। ਉਸ ਤੋਂ ਬਾਅਦ ਫਿਰ ਅਸੀਂ ਆਪਣੇ ਹੋਟਲ 'ਚ ਚਲੇ ਜਾਂਦੇ ਹਾਂ। ਤੇ ਅੱਜ ਸਾਡਾ ਆਖਰੀ ਦਿਨ ਇਸ ਸ਼ਹਿਰ ਦੇ ਵਿੱਚ ਨਾ, ਕੱਲ ਅਸੀਂ ਸੁਬਹ ਨਿਕਲ ਜਾਣਾ। ਈਵਨ ਕਿ ਕੱਲ ਅਸੀਂ ਸੁਬਹ ਨਿਕਲ ਵੀ ਜਾਣਾ, ਫਿਰ ਵੀ ਇੱਕ ਦਫਾ ਇੱਥੇ ਆ ਕੇ ਇਹਨਾਂ ਨੂੰ ਖੁਦਾ ਹਾਫਿਜ਼ ਕਹਿ ਕੇ ਤੇ ਫਿਰ ਨਿਕਲਾਂਗੇ ਆਪਣੇ ਵਾਪਸੀ ਦੇ ਸਫ਼ਰ ਤੇ। ਫਿਰ 1000 ਕਿਲੋਮੀਟਰ, ਫਿਰ ਇੱਕ ਦਿਨ ਰਸਤੇ 'ਚ ਰੁਕਣਾ ਪਏਗਾ, ਫਿਰ ਓਸਾਕਾ ਪਹੁੰਚਾਂਗੇ।
隣の同じ建物のあ下に見えるじゃない。そうね。電気ついてるところ、あそこが体育館。見える。なんですごい。ほら、運動場にいるんだ、子供たち。ਤੇ ਖਲੋਤੇ ਨੇ ਨਾ ਤੇ ਉਹ ਇੱਥੇ ਇਹਨਾਂ ਨੂੰ ਉਹ ਲਾਈਟ ਨਜ਼ਰ ਆ ਰਹੀ ਨਾ ਦੇਂਕੀ ਦੇਂਕੀ ਮੈਨੂੰ ਨਾ ਇਹ ਲਾਈਟਾਂ ਨਜ਼ਰ ਆ ਰਹੀਆਂ ਤੇ ਅੰਦਾਜ਼ਾ ਲਾਉਂਦੇ ਨੇ ਕਿ ਇੱਥੇ ਬੱਚੇ ਖੇਡ ਰਹੇ ਹੋਣਗੇ ਪੜ੍ਹ ਰਹੇ ਹੋਣਗੇ ਨਾ ਹਲੇ ਤੇ ਮੈਂ ਇਹਨੂੰ ਇੱਥੇ ਰੱਖ ਕੇ ਨਾ ਮੋਬਾਈਲ ਨੂੰ S24 ਅਲਟਰਾ ਜ਼ੂਮ ਕੀਤਾ ਤੇ ਇਹ ਵੇਖ ਕੇ ਹੈਰਾਨ ਹੋ ਰਹੇ ਨੇ ਕਿ ਹਲੇ ਤੱਕ ਬੱਚੇ ਖੇਡ ਰਹੇ ਨੇ角っこになるのさ、見えてたの。ਹੂੰ お手手遊んでるの何も見えなかった。おはよ ਹਾਏ ਗਜ਼ਾਮਸ 9 ਵੱਡੇ ਹੋ ਗਏ ਨੇ ਮੇਰੇ ਕਾਫੀ ਸਾਸੂ ਮਾਂ ਨੂੰ ਕਹਿ ਰਹੇ ਕਿ ਨਾ ਨੇਲ ਕਟਰ ਦੇ ਦਿਓ ਅਰੀਗਾਤੋ ਗਜ਼ਾਮਸ う。寒い。 寒いそんなਹਾਈ ਵਰਤਾ ਦੋਸਤੋ ਅੱਜ ਸਾਡਾ ਆਖਰੀ ਦਿਨ ਨੇ ਅਸੀਂ ਬਸ ਹੁਣ ਨਾ ਸਵੇਰ ਨਿਕਲਣਾ ਹੈ। ਤੇ ਜਦੋਂ ਅਸੀਂ ਆਏ ਹਾਂ ਉਦੋਂ ਅਸੀਂ 2 ਦਿਨਾਂ ਦੇ ਵਿੱਚ ਆਏ ਹਾਂ ਨਾ ਰਸਤੇ ਦੇ ਵਿੱਚ ਅਸੀਂ ਸਟੇ ਕਰਦੇ ਆਏ ਹਾਂ ਇੱਕ ਰਾਤ ਵਿੱਚ ਇੱਕ ਦਰਮਿਆਨ 'ਚ ਇੱਕ ਸ਼ਹਿਰ 'ਚ ਠਹਿਰੇ ਵੀ ਹਾਂ ਲੇਕਿਨ ਐਤਕੀ ਹੁਣ ਸਾਡਾ ਪਲਾਨ ਨਹੀਂ ਹੈ ਜਿਹੜਾ ਅਸੀਂ ਰਸਤੇ ਵਿੱਚ ਥੱਕਣਾ ਹੈ ਔਰ ਇੱਕ ਰਾਤ ਹੋਟਲ 'ਚ ਗੁਜ਼ਾਰਨੀ ਹੈ ਉਹੀ ਅਸੀਂ ਨਾ ਡਾਇਰੈਕਟ ਬਗੈਰ ਰੁਕੇ ਹੀ ਨਾ ਡਾਕੋ ਡਾਕ ਹੀ ਹਾਈਵੇ ਤੋਂ ਨਾ ਪਾ ਕੇ ਨਾ ਤੇ ਸਿੱਧਾ ਘਰ ਜਾ ਕੇ ਰੈਸਟ ਕਰਨੇ ਆ ਤੇ ਅਗਰ ਅਸੀਂ ਵਿੱਚ 1-2 ਘੰਟੇ ਦੀ ਬ੍ਰੇਕ ਕਰੀਏ ਔਰ ਲਗਾਤਾਰ ਗੱਡੀ ਚਲਾਈਏ ਨਾ ਤੇ ਮੇਰੇ ਹਾਲੇ ਇਨਸ਼ਾਅੱਲਾ 15-16 ਘੰਟੇ 'ਚ ਅਸੀਂ ਪਹੁੰਚ ਜਾਵਾਂਗੇ ਵਿੱਚ 1 ਘੰਟੇ ਦੀ ਮਤਲਬ ਮੈਂ ਗੱਡੀ ਦੇ ਵਿੱਚ ਸੌਂ ਜਾਵਾਂਗਾ ਥੋੜ੍ਹੀ ਦੇਰ ਵਾਸਤੇ ਨਾ ਤੇ ਬਾਕੀ ਰੈਸਟ ਜਿਹੜਾ ਉਹ ਘਰ ਜਾ ਕੇ ਕਰ ਲਾਂਗੇ ਉਸ ਤੋਂ ਅਗਲੇ ਦਿਨ ਫਿਰ ਅਸੀਂ ਆਪਣੇ ਕੰਮਾਂ ਨੂੰ ਵੀ ਜਾਣਾ ਵਾਈਫ ਤੇ ਵੀ ਜੋਬ ਹੈ ਤੇ ਮੇਰੇ ਵੀ ਕਾਫੀ ਕੰਮ ਨੇ ਪੈਂਡਿੰਗ ਜਾਪਾਨ ਦੇ ਵਿੱਚ ਸਫ਼ਰ ਕਰਨਾ ਜਾਂ ਇੱਕ ਸ਼ਹਿਰ ਤੋਂ ਦੂਸਰੇ ਦੂਰ ਜਾਣਾ ਕੋਈ ਸਸਤਾ ਨਹੀਂ ਹੁੰਦਾ ਸਸਤੇ ਤਰੀਕੇ ਵੀ ਹੈ ਨੇ ਲੇਕਿਨ ਇੱਕ ਉਹਦੇ 'ਚ ਫਿਰ ਜ਼ਲਾਲਤ ਜ਼ਿਆਦਾ ਹੁੰਦੀ ਹੈ ਜੈਸੇ ਬੰਦਾ ਬੱਸ 'ਤੇ ਵੀ ਜਾ ਸਕਦਾ ਹੈ ਲੇਕਿਨ ਛੁੱਟੀਆਂ ਦੀ ਵਜ੍ਹਾ ਤੋਂ ਹਰ ਚੀਜ਼ ਮਹਿੰਗੀ ਹੈ ਇਸ ਟਾਈਮ ਅਸੀਂ ਵੈਸੇ ਰਾਤ ਨੂੰ ਇਹਤਿਆਤਨ ਹੋਟਲ ਚੈੱਕ ਕੀਤਾ ਜਿਹੜਾ ਹੋਟਲ 5000 ਰੁਪਏ ਦਾ ਲੱਭਦਾ ਸੀ ਨਾ ਉਹ ਹੋਟਲ ਇਸ ਟਾਈਮ 30,000 ਰੁਪਏ ਦਾ ਹੋਇਆ 25 ਤੋਂ 30,000 ਰੁਪਏ ਦਾ ਇੰਨਾ ਫਰਕ ਹੈ ਇਹ ਸਿਰਫ ਛੁੱਟੀਆਂ ਦੀ ਵਜ੍ਹਾ ਤੋਂ ਜਾਪਾਨ ਦੇ 5ਵੇਂ ਮਹੀਨੇ ਦੇ ਪਹਿਲੇ ਹਫਤੇ ਛੁੱਟੀਆਂ ਹੁੰਦੀਆਂ ਨੇ ਜਿਹਦੀ ਵਜ੍ਹਾ ਤੋਂ ਸਾਰੇ ਲੋਕ ਹਾਈਵੇਜ਼ ਉੱਤੇ ਰਸ਼ ਪੈ ਜਾਂਦਾ ਔਰ ਖੁਦਾ ਨਾ ਖਾਸਾ ਗਲਤੀ ਨਾਲ ਅਗਰ ਛੋਟਾ ਜਿਹਾ ਐਕਸੀਡੈਂਟ ਹੋ ਜਾਏ ਤੇ ਬਹੁਤ ਲੰਬੀ ਟ੍ਰੈਫਿਕ ਜਾਮ ਹੁੰਦੀ ਹਾਈਵੇ ਤੇ ਇਹ ਆਮ ਟ੍ਰੈਫਿਕ ਜਾਮ ਨਹੀਂ ਹੁੰਦੀ ਇਹ 5-5 6-6 ਘੰਟੇ 10-10 ਘੰਟੇ ਤੱਕ ਵੀ ਜਾਮ ਰਹਿ ਸਕਦੀ ਹੈ ਬਾਕੀ ਅੱਲਾ ਖੈਰ ਕਰੇ ਸਾਨੂੰ ਰਸਤੇ 'ਚ ਕੋਈ ਐਸੀ ਚੀਜ਼ ਨਾ ਲੱਭੇ ਜਿਹਦੀ ਵਜ੍ਹਾ ਤੋਂ ਅਸੀਂ ਡਿਸਟਰਬ ਹੋਈਏ ਬਾਕੀ ਜਾਪਾਨ ਦੇ ਸ਼ਹਿਰ ਆਓਮੋਰੀ ਦੇ ਵਿੱਚ ਸਾਡੀ ਟ੍ਰਿਪ ਜਿਹੜੀ ਹੈ ਉਹ ਬਹੁਤ ਅੱਛੀ ਰਹੀ ਹੈ ਬਹੁਤ ਅੱਛਾ ਟਾਈਮ ਗੁਜ਼ਰਿਆ ਹੈ ਬਿਲਕੁਲ ਅਸੀਂ ਲੜੇ ਨਹੀਂ ਬੜੀ ਸੁਲਹ ਸਫਾਈ ਨਾਲ ਫਿਰਦੇ ਟੁਰਦੇ ਰਹੇ ਹਾਂ ਕੁਝ ਮੌਕੇ ਐਸੇ ਆਏ ਨੇ ਜਿਹਦੇ 'ਤੇ ਕਿ ਟ੍ਰਿਪ ਖਰਾਬ ਹੋ ਸਕਦਾ ਸੀ ਲੇਕਿਨ ਇਹ ਕਿ ਕਦੀ ਮੈਂ ਚੁੱਪ ਕਰ ਜਾਂਦਾ ਸੀ ਕਦੀ ਮੇਰੀ ਵਾਈਫ ਚੁੱਪ ਕਰ ਜਾਂਦੀ ਸੀ ਅਤੇ ਅਸੀਂ ਲੜੇ ਨਹੀਂ ਕਿਉਂਕਿ ਇਸ ਟ੍ਰਿਪ ਦੇ ਵਿੱਚ ਅਸੀਂ ਇਹ ਵਾਅਦਾ ਕੀਤਾ ਸੀ ਕਿ ਅਸੀਂ ਲੜਨਾ ਨਹੀਂ ਇਸ ਟ੍ਰਿਪ ਦਾ ਨਾਂ ਹੀ ਇਸ ਵਜ੍ਹਾ ਤੋਂ ਰੱਖਿਆ ਸੀ ਈਜ਼ੀ ਟ੍ਰਿਪ ਕਿ ਈਜ਼ੀ ਰਹਿਣਾ ਕੋਈ ਇੱਕ ਦੂਜੇ ਨੂੰ ਪ੍ਰੋਬਲਮ ਨਹੀਂ ਦੇਣੀ ਇੱਕ ਦੂਜੇ ਨੂੰ ਸਮਝਣਾ ਅਤੇ ਇਕੱਠਿਆਂ ਸਫ਼ਰ ਕਰਨ ਨਾਲ ਇਨਸਾਨ ਬਹੁਤ ਜ਼ਿਆਦਾ ਚੀਜ਼ਾਂ ਆਪਣੇ ਵਾਸਤੇ ਵੀ ਸਿੱਖਦਾ ਔਰ ਦੂਸਰਿਆਂ ਦੇ ਨਾਲ ਰਹਿ ਕੇ ਦੂਸਰੇ ਇਨਸਾਨਾਂ ਨੂੰ ਵੀ ਮਜ਼ੀਦ ਉਹਨੂੰ ਜਾਣਨ ਦਾ ਮੌਕਾ ਮਿਲਦਾ ਹੈ ਈਵਨ ਕਿ ਮੇਰੀ ਵਾਈਫ ਹੈ ਨਾ ਕੋਈ ਵੀ ਬੰਦਾ ਕੋਈ ਵੀ ਕਰੀਬ ਤਰੀਨ ਰਿਸ਼ਤਾ ਹੈ ਤੁਸੀਂ ਉਹਦੇ ਨਾਲ ਕੋਈ ਐਸੀ ਐਕਟੀਵਿਟੀ ਕਰੋ ਜਿਹੜੀ ਤੁਸੀਂ ਬਹੁਤ ਅਰਸਾ ਨਹੀਂ ਕੀਤੀ ਤੇ ਤੁਹਾਨੂੰ ਕੋਈ ਉਹਦਾ ਨਵਾਂ ਹੀ ਰੂਪ ਦੇਖਣ ਨੂੰ ਮਿਲੇਗਾ ਠੀਕ ਹੈ ਨਾ ਈਵਨ ਕਿ ਮੈਂ ਕਹਿੰਦਾ ਵਾ ਕਿ ਤੁਸੀਂ ਆਪਣੇ ਅੰਮੀ ਅੱਬੂ ਨਾਲ ਦੂਰ ਦਾ ਸਫ਼ਰ ਕਰੋ ਆਪਣੇ ਸਕੇ ਭੈਣਾਂ ਭਰਾਵਾਂ ਨਾਲ ਦੂਰ ਦਾ ਸਫ਼ਰ ਕਰੋ ਤੁਹਾਨੂੰ ਉਹਨਾਂ ਦੇ ਬਾਰੇ 'ਚ ਕੋਈ ਨਵੀਂ ਹੀ ਚੀਜ਼ ਦਰਿਆਫਤ ਹੋਏਗੀ ਇਹ ਸਫ਼ਰ ਬੜੀ ਅੱਛੀ ਚੀਜ਼ ਹੈ ਬਹੁਤ ਜ਼ਿਆਦਾ ਤੁਹਾਨੂੰ ਅੱਛੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਅਤੇ ਆਪਣਾ ਜ਼ਹਨ ਪੋਜ਼ੀਟਿਵ ਰੱਖੋ ਅਤੇ ਜ਼ਿੰਦਗੀ ਦੇ ਵਿੱਚ ਸਫ਼ਰ ਕਰਿਆ ਕਰੋ ਜਿੰਨਾ ਹੋ ਸਕਦਾ ਸਫ਼ਰ ਕਰਿਆ ਕਰੋ ਦੂਸਰੀਆਂ ਜਗ੍ਹਾ 'ਤੇ ਜਾਇਆ ਕਰੋ ਵਿਜ਼ਿਟ ਕਰਿਆ ਕਰੋ ਆਪਣੇ ਪਿਆਰਿਆਂ ਦੇ ਨਾਲ ਜਾਓ ਸੋਲੋ ਜਾਓ ਲੇਕਿਨ ਜਾਓ ਅੱਛਾ ਸਫ਼ਰ ਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਇਹ ਸੋਚਦੇ ਨੇ ਕਿ ਯਾਰ ਮੈਂ ਅਫੋਰਡ ਨਹੀਂ ਕਰ ਸਕਦਾ ਸਭ ਤੋਂ ਵੱਡਾ ਬਹਾਨਾ ਹੈ ਅਫੋਰਡ ਨਹੀਂ ਕਰ ਸਕਦਾ ਤੁਸੀਂ ਹਰ ਮਹੀਨੇ 'ਤੇ ਤੁਹਾਨੂੰ ਕੋਈ ਨਾ ਕਹਿੰਦਾ ਤੁਸੀਂ ਜਾਓ 6 ਮਹੀਨੇ ਬਾਅਦ ਤੁਸੀਂ ਚਲੇ ਜਾਓ ਹਰ ਮਹੀਨੇ ਤੁਸੀਂ ਅਗਰ 5,000 ਰੁਪਇਆ ਇੱਕ ਸਾਈਡ 'ਤੇ ਰੱਖੋ ਨਾ ਆਪਣੀ ਜ਼ਾਤ ਵਾਸਤੇ ਅਤੇ 6 ਮਹੀਨੇ ਦਾ ਕਿੰਨਾ ਬਣਦਾ 30,000 ਰੁਪਈਆ ਅਤੇ 30,000 ਰੁਪਏ ਦੇ ਵਿੱਚ ਤੁਸੀਂ ਪੂਰੀ ਪਾਕਿਸਤਾਨ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਇੱਕ ਅੱਛਾ ਟੂਰ ਕਰ ਸਕਦੇ ਹੋ ਆਪਣੀ ਔਰ ਆਪਣੀ ਵਾਈਫ ਦੇ ਨਾਲ ਮਿਲ ਕੇ ਨਾ ਤੁਸੀਂ ਲੋਕਲ ਸਫ਼ਰ ਕਰ ਲਓ ਤੁਸੀਂ ਕੋਈ ਮਤਲਬ ਬਜਟ ਫਰੈਂਡਲੀ ਇੱਕ ਆਪਣਾ ਬਣਾ ਲਓ ਚੈਟ ਜੀਪੀਟੀ ਨੂੰ ਦੱਸੋ ਕਿ ਮੇਰੇ ਕੋਲ 30,000 ਰੁਪਈਆ ਹੈ ਅਤੇ ਮੈਂ ਪਾਕਿਸਤਾਨ ਆਪਣੀ ਬੀਵੀ ਦੇ ਨਾਲ ਇੱਧਰ ਉੱਧਰ ਘੁੰਮਣਾ ਉਹ ਤੁਹਾਨੂੰ ਬਿਹਤਰੀਨ ਚੀਜ਼ਾਂ ਮਸ਼ਵਰੇ ਦੇ ਦੇਗਾ ਪੈਸੇ ਕਿਸ ਤਰ੍ਹਾਂ ਬਚਾਉਣੇ ਨੇ ਇਹ ਉਹ ਕਿਸ ਤਰ੍ਹਾਂ ਕਰਨਾ ਸਾਰਾ ਪਲਾਨ ਲਿਖੋ ਮੈਂ ਕਹਿੰਦਾ ਤੁਸੀਂ ਮਜ਼ੇ ਕਰੋਗੇ ਇਹ ਜੀ ਅਫੋਰਡ ਨਹੀਂ ਕਰਨਾ ਹੈ ਇਹ ਉਹ ਸਾਰਾ ਬਹਾਨਾ ਹੈ ਠੀਕ ਹੈ ਨਾ ਅਤੇ ਹੋਰ ਬੜੀਆਂ ਚੀਜ਼ਾਂ ਨੇ ਅੱਛਾ ਸਫ਼ਰ ਦੇ ਦੌਰਾਨ ਤਾਂ ਬੰਦਾ ਬੜਾ ਹਕੀਕੀ ਦੁਨੀਆ ਤੋਂ ਕੱਟ ਆਫ ਹੋ ਜਾਂਦਾ ਹੈ ਇੰਜੋਏ ਕਰਦਾ ਇਹਦੇ ਵਿੱਚ ਇੱਕ ਬੜਾ ਵੱਡਾ ਇਮਤਿਹਾਨ ਇਹ ਹੁੰਦਾ ਕਿ ਜਦੋਂ ਤੁਸੀਂ ਇਸ ਇੰਜੋਏਮੈਂਟ ਨੂੰ ਖ਼ਤਮ ਕਰਕੇ ਜਦੋਂ ਵਾਪਸ ਆਪਣੀ ਦੁਬਾਰਾ ਹਕੀਕੀ ਜ਼ਿੰਦਗੀ 'ਚ ਜਾਂਦੇ ਹੋ
ਤੇ ਤੁਹਾਡੇ ਨਾਲ ਦੋ ਚੀਜ਼ਾਂ ਹੋ ਸਕਦੀਆਂ ਨੇ। ਇੱਕ ਚੀਜ਼ ਹੈ ਕਿ ਤੁਸੀਂ ਬਹੁਤ ਜ਼ਿਆਦਾ ਨੈਗੇਟਿਵ ਹੋ ਜਾਂਦੇ ਹੋ, ਬਹੁਤ ਜ਼ਿਆਦਾ ਉਦਾਸ ਹੋ ਜਾਂਦੇ ਹੋ, ਅਪਸੈਟ ਹੋ ਜਾਂਦੇ ਹੋ। ਸ਼ੁਰੂ ਸ਼ੁਰੂ 'ਚ ਮੇਰੇ ਨਾਲ ਹੁੰਦਾ ਸੀ, ਹੁਣ ਵੀ ਮੈਨੂੰ ਹੁੰਦਾ ਹੈ। ਲੇਕਿਨ ਹੁਣ ਮੈਂ ਕੀ ਕਰਨਾ ਵਾ ਕਿ ਮੈਂ ਅਗਲੇ ਸਫ਼ਰ ਦੀ ਤਿਆਰੀ ਸ਼ੁਰੂ ਕਰ ਦਿੰਦਾ, ਅਗਲੇ ਟ੍ਰਿਪ ਦੀ ਤਿਆਰੀ ਸ਼ੁਰੂ ਕਰ ਦਿੰਦਾ ਕਿ ਯਾਰ ਮੈਂ ਹੁਣ ਫਲਾਣੇ ਮੁਲਕ ਜਾਣਾ ਹੈ ਜਾਂ ਮੈਂ ਹੁਣ ਫਲਾਣੇ ਸ਼ਹਿਰ ਜਾਣਾ ਹੈ। ਫਿਰ ਮੈਨੂੰ ਉਹਦੀ ਐਕਸਾਈਟਮੈਂਟ ਸ਼ੁਰੂ ਹੋ ਜਾਂਦੀ ਹੈ। ਫਿਰ ਪਿਛਲੇ ਸਫ਼ਰ ਦੀਆਂ ਯਾਦਾਂ ਹੁੰਦੀਆਂ ਨੇ ਮੇਰੇ ਕੋਲ, ਨਵੇਂ ਸਫ਼ਰ ਦੀ ਐਕਸਾਈਟਮੈਂਟ ਹੁੰਦੀ ਹੈ। ਕੁਝ ਨਵੇਂ ਨਵੇਂ ਇੰਟਰਨੈਟ ਦੇ ਉੱਤੇ ਨਵੇਂ ਲੋਕਾਂ ਨੂੰ ਮਿਲਣਾ ਵਾ, ਉਹਨਾਂ ਨੂੰ ਪੁੱਛਣਾ ਵਾ ਕਿ ਤੁਸੀਂ ਕਿਸ ਤਰ੍ਹਾਂ ਗਏ ਹੋ, ਠੀਕ ਹੈ। ਮੈਂ ਤਾਂ ਪਹਿਲੇ ਸੋਸ਼ਲ ਨਹੀਂ ਸਾਂ ਹੁੰਦਾ, ਜਦੋਂ ਮੈਂ ਵੀਡੀਓਜ਼ ਨਹੀਂ ਸਾਂ ਬਣਾਉਂਦਾ, ਉਦੋਂ ਵੀ ਮੈਂ ਕਮੈਂਟਸ ਦੇ ਵਿੱਚ ਇੱਧਰ ਉੱਧਰ ਮੁਖਤਲਿਫ ਗਰੁੱਪਸ ਦੇ ਵਿੱਚ ਲੋਕਾਂ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਨਾ ਸਾਂ। ਔਰ ਮੈਨੂੰ ਬੜੇ ਅੱਛੇ ਲੋਕ ਮਿਲਦੇ ਵੀ ਸਨ ਜਿਹੜੇ ਮੈਨੂੰ ਕਾਫੀ ਹੈਲਪ ਕਰਦੇ ਸਨ ਨਾ, ਕਿ ਤੁਸੀਂ ਇੱਧਰ ਚਲੇ ਜਾਓ, ਐਂ ਚਲੇ ਜਾਓ, ਇਸ ਤਰ੍ਹਾਂ ਨਾ। ਅਤੇ ਸਫ਼ਰ ਕਰੋ, ਤੁਹਾਨੂੰ ਬਹੁਤ ਅੱਛਾ ਲੱਗੇਗਾ। ਜ਼ਿੰਦਗੀ ਜਿਹੜੀ ਹੈ ਨਾ ਇਸੇ ਤਰ੍ਹਾਂ ਖਤਮ ਹੋ ਜਾਣੀ ਹੈ। ਜਦੋਂ ਤੁਸੀਂ ਬੁੱਢੇ ਹੋ ਜਾਣਾ ਅਤੇ ਤੁਹਾਡੇ ਕੋਲ ਸਿਵਾਏ ਇਹਨਾਂ ਯਾਦਾਂ ਤੋਂ ਹੋਰ ਕੁਝ ਨਹੀਂ ਹੋਣਾ। ਪੈਸਾ ਤੁਹਾਡੇ ਕੰਮ ਨਹੀਂ ਆਉਣਾ, ਇਹ ਰਿਸ਼ਤੇ ਰੁਸ਼ਤੇ ਤੁਹਾਡੇ ਕੰਮ ਨਹੀਂ ਆਉਣੇ, ਕੋਈ ਤੁਹਾਡੀ ਕੋਈ ਸ਼ੈ ਕੰਮ ਨਹੀਂ ਆਉਣੀ। ਸਿਰਫ ਇਹ ਚੀਜ਼ਾਂ, ਇਹ ਜਿਹੜਾ ਤੁਸੀਂ ਹੁਣ ਆਪਣੀ ਜਵਾਨੀ ਦੇ ਵਿੱਚ ਜੋ ਚੀਜ਼ਾਂ ਇੰਜੋਏ ਕਰ ਲੈਣੀਆਂ ਨੇ ਨਾ, ਜੋ ਚੀਜ਼ਾਂ ਅੱਲਾ ਦੀ ਕੁਦਰਤ, ਅੱਲਾ ਦੀ ਬਣਾਈ ਹੋਈ ਦੁਨੀਆ 'ਤੇ ਤੁਸੀਂ ਫਿਰ ਲੈਣਾ, ਉਹੀ ਸਭ ਤੋਂ ਤੁਹਾਨੂੰ ਚੀਜ਼ ਨੇ ਰਾਹਤ ਦੇਣੀ ਹੈ। ਤੁਸੀਂ ਜਦੋਂ ਉਹਨਾਂ ਯਾਦਾਂ ਨੂੰ ਸੋਚ ਕੇ ਅਤੇ ਦਿਲ ਦੇ ਵਿੱਚ ਤੁਹਾਡੇ ਇੱਕ ਠੰਡਕ ਪਹੁੰਚਣੀ ਕਿ ਯਾਰ ਮੈਂ ਦੁਨੀਆ ਘੁੰਮੀ ਹੈ, ਮੈਂ ਆਪਣਾ ਹਿੱਸਾ ਪੂਰਾ ਕੀਤਾ, ਮੈਂ ਆਪਣਾ ਕੋਟਾ ਪੂਰਾ ਕੀਤਾ ਬੇਸਿਕਲੀ, ਠੀਕ ਹੈ। ਮਿਸਾਲ ਦੇ ਤੌਰ 'ਤੇ ਤੁਸੀਂ ਮਿੱਠਾ ਨਹੀਂ ਵੀ ਖਾਂਦੇ ਅਤੇ ਤੁਹਾਨੂੰ ਸ਼ੂਗਰ ਹੋ ਜਾਂਦੀ ਹੈ, ਠੀਕ ਹੈ। ਅਤੇ ਤੁਸੀਂ ਬਹੁਤ ਜ਼ਿਆਦਾ ਮਾਯੂਸ ਹੋਵੋਗੇ ਕਿ ਯਾਰ ਮੈਂ ਤਾਂ ਮਿੱਠਾ ਖਾਧਾ ਵੀ ਨਹੀਂ ਅਤੇ ਮੈਨੂੰ ਸ਼ੂਗਰ ਹੋ ਗਈ ਹੈ। ਲੇਕਿਨ ਤੁਸੀਂ ਅਗਰ ਕਾਫੀ ਤੁੰਨ ਤੁਨਾ ਕੇ ਜਵਾਨੀ 'ਚ ਮਿੱਠਾ ਖਾਂਦੇ ਰਹੇ ਹੋ, ਇੰਜੋਏ ਕਰਦੇ ਰਹੇ ਹੋ, ਮਠਿਆਈਆਂ ਜਾਂ ਸਵੀਟਸ ਖਾਂਦੇ ਰਹੇ ਹੋ, ਐਗਜ਼ਾਮਪਲ ਦੇ ਰਿਹਾ, ਅਤੇ ਤੁਹਾਨੂੰ ਫਿਰ ਵੀ ਸ਼ੂਗਰ ਹੋ ਜਾਂਦੀ ਹੈ। ਲੇਕਿਨ ਇੱਕ ਬੰਦਾ ਜਿਹਨੇ ਜਵਾਨੀ ਦੇ ਵਿੱਚ ਬਹੁਤ ਜ਼ਿਆਦਾ ਸ਼ੂਗਰ ਖਾਧੀ ਔਰ ਉਹਨੂੰ ਡਾਇਬਟੀਜ਼ ਹੋਈ ਹੈ, ਸ਼ੂਗਰ ਹੋਈ ਹੈ, ਅਤੇ ਉਹਦੀ ਫੀਲਿੰਗ ਹੋਰ ਹੋਏਗੀ। ਲੇਕਿਨ ਇੱਕ ਬੰਦਾ ਜਿਹਨੇ ਖਾਧਾ ਹੀ ਕੁਛ ਨਹੀਂ, ਬੜਾ ਇਹਤਿਆਤਾਂ ਕਰਦਾ ਰਿਹਾ ਯੇ ਵੋ, ਅਤੇ ਉਹਨੂੰ ਵੀ ਹੋ ਗਈ ਹੈ, ਉਹ ਬਹੁਤ ਜ਼ਿਆਦਾ ਮਾਯੂਸ ਔਰ ਡਿਪਰੈਸਡ ਹੋਏਗਾ। ਮੇਰੇ ਕਹਿਣ ਦਾ ਮਕਸਦ ਹੈ ਨਹੀਂ ਕਿ ਤੁਸੀਂ ਗਲਤ ਚੀਜ਼ ਕਰੋ, ਜਸਟ ਸਮਝਾਉਣ ਵਾਸਤੇ ਕਹਿ ਰਿਹਾ ਹਾਂ ਕਿ ਵਕਤ ਗੁਜ਼ਰ ਜਾਣਾ ਹੈ, ਠੀਕ ਹੈ। ਲੇਕਿਨ ਵਕਤ ਗੁਜ਼ਰਨ ਤੋਂ ਬਾਅਦ ਤੁਹਾਡੇ ਕੋਲ ਕੁਝ ਐਸੀ ਚੀਜ਼, ਕੋਈ ਯਾਦਾਂ ਤੇ ਹੋਣ ਜਿਨ੍ਹਾਂ ਦੇ ਸਾਰੇ ਤੁਸੀਂ ਜੀ ਸਕੋ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਸਫ਼ਰ ਕਰੋ। ਸਫ਼ਰ ਦੀ ਅਹਿਮੀਅਤ ਅਤੇ ਉਹਦੇ ਫਜ਼ਾਇਲ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਣੀ ਆਸਾਨ ਅਲਫਾਜ਼ ਦੇ ਵਿੱਚ, ਆਸਾਨ ਜ਼ੁਬਾਨ ਦੇ ਵਿੱਚ, ਪੰਜਾਬੀ ਦੇ ਵਿੱਚ। ਆਈ ਹੋਪ ਕਿ ਤੁਹਾਨੂੰ ਸਮਝ ਆਇਆ ਹੋਏਗਾ। ਬਾਕੀ ਫਿਊਚਰ ਦੇ ਵਿੱਚ ਮੈਂ ਜਿਨ੍ਹਾਂ ਕੰਟਰੀਜ਼ ਦੇ ਵਿੱਚ ਜਾਵਾਂਗਾ, ਮੈਂ ਨਾਲ ਦੇ ਨਾਲ ਦੱਸਦਾ ਜਾਵਾਂਗਾ। ਅਗਰ ਕੋਈ ਬੰਦਾ ਕੋਈ ਮੈਨੂੰ ਜੁਆਇਨ ਕਰਨਾ ਚਾਹੁੰਦਾ ਹੋਏਗਾ, ਮੇਰੇ ਨਾਲ ਸਫ਼ਰ ਕਰਨਾ ਚਾਹੁੰਦਾ ਹੋਏਗਾ, ਮੈਨੂੰ ਬੜੀ ਖੁਸ਼ੀ ਹੋਏਗੀ। ਫਿਲਹਾਲ ਮੇਰਾ ਜਿਹੜਾ ਨੈਕਸਟ ਟ੍ਰਿਪ ਹੈ, ਇਨਸ਼ਾਅੱਲਾ ਵਾਪਸ ਆਪਣੇ ਘਰ ਜਾਵਾਂਗਾ ਇੱਥੋਂ ਓਸਾਕਾ ਤੋਂ ਬਾਅਦ ਵਿਦਇਨ 1 or 2 ਮੰਥ, 2 ਕੁ ਮਹੀਨੇ ਦੇ ਅੰਦਰ ਅੰਦਰ ਮੇਰਾ 2 ਮੁਲਕਾਂ ਦਾ ਪਲਾਨ ਹੈ, ਇੱਕ ਪਾਕਿਸਤਾਨ ਦਾ ਅਤੇ ਇੱਕ ਚਾਈਨਾ ਦਾ। ਅਤੇ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਇੱਧਰੋਂ ਜਾਪਾਨ ਤੋਂ ਕੋਈ ਜਾਣ ਲੱਗਿਆ ਮੈਨੂੰ ਜੁਆਇਨ ਕਰਨਾ ਚਾਹੁੰਦਾ ਹੈ, ਜਾਂ ਪਾਕਿਸਤਾਨ ਤੋਂ ਅੱਗੋਂ ਸ਼ਾਇਦ ਮੇਰਾ ਇੱਕ ਹੋਰ ਪਲਾਨ ਵੀ ਹੈ ਕਿ ਮੈਂ ਪਾਕਿਸਤਾਨ ਤੋਂ ਸ੍ਰੀਲੰਕਾ ਜਾਵਾਂ ਅਤੇ ਸ੍ਰੀਲੰਕਾ ਤੋਂ ਫਿਰ ਜਾਪਾਨ ਜਾਵਾਂ। ਫਿਰ 3 ਮੁਲਕ ਵੀ ਹੋ ਸਕਦੇ ਨੇ, ਚਾਈਨਾ, ਸ੍ਰੀਲੰਕਾ ਅਤੇ ਪਾਕਿਸਤਾਨ। ਮਤਲਬ ਡਿਪੈਂਡ ਕਰਦਾ ਮੇਰੇ ਮੂਡ 'ਤੇ ਔਰ ਕਿ ਮੈਂ ਕਿਸ ਤਰ੍ਹਾਂ ਉਹਨੂੰ ਅਫੋਰਡ ਔਰ ਮੈਨੇਜ ਕਰ ਪਾਉਂਦਾ ਕਿ ਨਹੀਂ। ਲੇਕਿਨ ਇਹ 2 ਮੁਲਕ ਤਾਂ ਪੱਕੇ ਨੇ, ਪਾਕਿਸਤਾਨ ਅਤੇ ਚਾਈਨਾ। ਅਤੇ ਅਪਡੇਟ ਤੁਹਾਨੂੰ ਨਾਲ ਦੇ ਨਾਲ ਦਿੰਦਾ ਰਹਾਂਗਾ। ਚਾਈਨਾ ਗਿਆ ਅਤੇ ਚਾਈਨਾ ਬਹੁਤ ਮਜ਼ਾ ਆਉਣ ਵਾਲਾ ਇਨਸ਼ਾਅੱਲਾ। ਚਾਈਨਾ ਦੀ ਜ਼ਿੰਦਗੀ ਤੁਹਾਨੂੰ ਦਿਖਾਵਾਂਗਾ। ਚਾਈਨਾ ਦੇ ਵਿੱਚ ਪਾਕਿਸਤਾਨੀ ਬਹੁਤ ਜ਼ਿਆਦਾ ਰਹਿੰਦੇ ਨੇ, ਬਿਜ਼ਨਸ ਕਰਦੇ ਨੇ, ਉਹਦੇ ਬਾਰੇ 'ਚ ਗੱਲਬਾਤ ਹੋਏਗੀ। ਚਾਈਨਾ ਦੀ ਟੈਕਨੋਲੋਜੀ, ਜਿਹਦੇ ਵਿੱਚ ਮੈਂ ਸਭ ਤੋਂ ਮੇਨ ਰੀਜ਼ਨ ਚਾਈਨਾ ਜਾਣ ਦੀ ਹੈ ਕਿ ਚਾਈਨਾ ਦੀ ਟੈਕਨੋਲੋਜੀ ਅਤੇ ਜਿਹੜੀ ਭਰਮਾਰ ਇੱਕਦਮ ਰੈਵੋਲਿਊਸ਼ਨ ਆਇਆ ਨਾ, ਉਹ ਵੇਖਣਾ ਚਾਹੁੰਦਾ ਹਾਂ ਅਤੇ ਉਹ ਜਾਵਾਂਗਾ। ਕਲਚਰ ਔਰ ਉੱਥੋਂ ਦਾ ਮਾਹੌਲ ਔਰ ਪਾਕਿਸਤਾਨੀ ਉੱਥੇ ਕਿਸ ਤਰ੍ਹਾਂ ਰਹਿੰਦੇ ਨੇ, ਮੁਸਲਮਾਨ ਕਿਸ ਤਰ੍ਹਾਂ ਦੇ ਨੇ, ਉਹ ਤਾਂ ਮੈਂ ਨਾਲ ਦੇ ਨਾਲ ਆਪਣੇ ਆਸਾਨ ਅਲਫਾਜ਼ 'ਚ ਤੁਹਾਨੂੰ ਦਿਖਾਉਂਦਾ ਹੀ ਰਹਿੰਦਾ। ਅਤੇ ਉਮੀਦ ਕਰਨਾ ਵਾ ਕਿ ਤੁਹਾਨੂੰ ਮੇਰੀਆਂ ਗੱਲਾਂ ਅੱਛੀਆਂ ਲੱਗੀਆਂ ਹੋਣਗੀਆਂ, ਤੁਹਾਨੂੰ ਸਮਝ ਆਈ ਹੋਏਗੀ। ਅਤੇ ਆਪਣੇ ਖਿਆਲਾਤ ਦਾ ਇਜ਼ਹਾਰ ਕਮੈਂਟਸ ਦੇ ਵਿੱਚ ਤੁਸੀਂ ਕਰ ਸਕਦੇ ਹੋ। ਮੈਂ ਕਮੈਂਟਸ ਫਿਲਹਾਲ ਪੜ੍ਹਨਾ, ਕਿਉਂਕਿ ਹਾਲੇ ਇੰਨੀ ਜ਼ਿਆਦਾ ਕਮੈਂਟਸ ਨਹੀਂ ਹੁੰਦੇ YouTube 'ਤੇ, ਅਤੇ ਮੈਂ ਇੱਕ ਇੱਕ ਕਮੈਂਟ ਪੜ੍ਹਨ ਦੀ ਕੋਸ਼ਿਸ਼ ਕਰਨਾ ਜਦੋਂ ਮੈਨੂੰ ਟਾਈਮ ਮਿਲਦਾ ਹੈ। 眠くない？眠くない。元気です。私、風邪ひいて熱が来たらどうしようと思ってさ、帰れなくなると思って。来てたから昨日全然。風邪ひくかなって。暑かった、昨日も。店の中初だった。初じゃなかった。いいこと考えてください。ちょっとでも眠くなったりしたら絶対ジュースではいはい。もちろん。絶対。わかったわかった。はい。頑張らない。ਸਾਸੂ ਮਾਂ ਕਹਿ ਰਹੇ ਨੇ ਕਿ ਥੋੜਾ ਜਿਹਾ ਵੀ ਤੂੰ ਅਗਰ ਥੱਕਿਆ ਤੇ ਸਾਈਡ ਤੇ ਜਾ ਕੇ ਰੈਸਟ ਕਰ ਲਈ, ਤੇ ਐਵੇਂ ਪਾਟਾ ਨਾ ਬਣੀ ਕਿ ਸਿੱਧਾ ਘਰ ਹੀ ਜਾਣਾ। ਆਪਣੇ ਪਾਕਿਸਤਾਨ ਮੋਟਰਵੇ ਦੇ ਉੱਤੇ ਇੱਕ ਜੁਮਲਾ ਲਿਖਿਆ ਹੁੰਦਾ ਨਾ, ਹਾਈਵੇ ਦੇ ਉੱਤੇ ਨਾ ਲਿਖਿਆ ਹੁੰਦਾ ਕਿ ਲੇਟ ਪਹੁੰਚਣਾ ਕभी ਨਾ ਪਹੁੰਚਣੇ ਸੇ ਬਿਹਤਰ ਹੈ। ਤੇ ਉਹੀ ਉਹਨਾਂ ਦਾ ਮਤਲਬ ਹੈ ਕਿ ਨਾ ਪਹੁੰਚਣ ਤੋਂ ਬਿਹਤਰ ਹੈ ਕਿ ਲੇਟ ਪਹੁੰਚ ਜਾਓ, ਆਰਾਮ ਕਰੋ ਰਸਤੇ 'ਚ। ਜਾਪਾਨ ਦੇ ਜਿਹੜੇ ਹਾਈਵੇਜ਼ ਨੇ ਨਾ, ਕਿਆਮੋ ਤੇ ਆਮ ਜਿਨ੍ਹਾਂ ਨੂੰ ਆਖਦੇ ਨੇ, ਸਟਾਪਸ ਨੂੰ ਇੱਥੇ ਆਖਦੇ ਨੇ, ਪਾਰਕਿੰਗ ਆਖਦੇ ਨੇ ਜਾਪਾਨ ਦੇ ਵਿੱਚ। ਉੱਥੇ ਬਹੁਤ ਜ਼ਿਆਦਾ ਸਹੂਲਤਾਂ ਮੌਜੂਦ ਨੇ, ਜਿਸ ਤਰ੍ਹਾਂ ਕਿ ਕੁਝ ਛੋਟੇ ਹੁੰਦੇ ਨੇ, ਕੁਝ ਰਸਤੇ 'ਚ ਕੋਈ ਘੰਟੇ ਬਾਅਦ ਵੱਡਾ ਇੱਕ ਸਟਾਪ ਆਉਂਦਾ, ਉੱਥੇ ਤੁਸੀਂ
ਗੱਡੀ ਖੜੀ ਕਰਕੇ ਸੌਂ ਵੀ ਸਕਦੇ ਹੋ ਗੱਡੀ ਦੇ ਵਿੱਚ। ਈਵਨ ਕਿ ਅੰਦਰ ਤੁਸੀਂ ਹੱਥ ਮੂੰਹ ਧੋ ਸਕਦੇ ਹੋ, ਸ਼ਾਵਰ ਲੈ ਸਕਦੇ ਹੋ, ਅੰਦਰ ਰੈਸਟੋਰੈਂਟਸ ਹੁੰਦੇ ਨੇ, ਖਾਣਾ ਪੀਣਾ ਕਰ ਸਕਦੇ ਹੋ ਅੰਦਰ। ਇਹ ਮਤਲਬ ਹੈ ਕਿ ਸਰਦੀ ਹੋਵੇ ਅੰਦਰ ਬਹੁਤ ਏਅਰ ਕੰਡੀਸ਼ਨ ਹੁੰਦਾ ਅੰਦਰ, ਫੁੱਲ ਗਰਮ ਏਸੀ ਲੱਗੇ ਹੁੰਦੇ ਨੇ ਅੰਦਰ। ਬੈਠੋ, ਰੈਸਟ ਮਾਰੋ, ਚਿਲ ਕਰੋ। ਤੇ ਉਹਨਾਂ ਦਾ ਮਤਲਬ ਹੈ ਕਿ ਖਿਆਲ ਕਰਨਾ ਆਪਣਾ ਔਰ ਧਿਆਨ ਨਾਲ ਜਾਣਾ। ਸਫ਼ਰ ਦਾ ਆਗਾਜ਼ ਬਸ ਕਰਨੇ ਆ, ਸਾਸੂ ਮਾਂ ਨੂੰ ਖੁਦਾ ਹਾਫਿਜ਼ ਕਹਿਣ ਆਏ ਆ ਤੇ ਬਸ ਕਰਨ ਹੀ ਲੱਗੇ ਆ ਬਸ ਖੁਦਾ ਹਾਫਿਜ਼, ਤੇ ਫਿਰ ਨਿਕਲਨੇ ਆ, ਆਪਣੇ ਸਫ਼ਰ ਦਾ ਆਗਾਜ਼ ਕਰਨੇ ਆ। ਬਾਕੀ ਅੱਲਾ ਖੈਰ ਕਰੇ। ਲੈਟਸ ਗੋ। ਇੱਥੇ ਜਿਹੜਾ ਨਾ ਗਲੇ ਗੁਲੇ ਲੱਗਣ ਦਾ ਰਿਵਾਜ਼ ਨਹੀਂ ਹੁੰਦਾ। ਤਾਂ ਮਿੱਛਾ ਕਾਲੇ ਸੀ ਹੋਈ ਇਹਨਾਂ ਨੂੰ ਕਹਿ ਰਿਹਾ ਕਿ ਥੱਲੇ ਬਹੁਤ ਜ਼ਿਆਦਾ ਠੰਡੀ ਹਵਾ ਹੈ, ਤੇ ਕਹਿੰਦੇ ਨਹੀਂ ਮੈਂ ਤੁਹਾਨੂੰ ਥੱਲੇ ਛੱਡ ਕੇ ਆਉਣਾ ਥੱਲੇ ਤੱਕ। ਮੌਸਮ ਅੱਜ ਕਾਫੀ ਕਲਾਉਡੀ ਹੈ। ਮੈਂ ਕਹਿ ਰਿਹਾ ਸੀ ਕਿ ਇੱਥੇ ਜਪਾਨ ਦੇ ਵਿੱਚ ਨਾ ਜਿਸ ਤਰ੍ਹਾਂ ਕੋਈ ਜੋੜਾ ਹੈ, ਕੋਈ ਮੀਆਂ ਬੀਵੀ ਨੇ, ਗਰਲਫਰੈਂਡ ਬॉयਫ੍ਰੈਂਡ ਨੇ, ਉਹ ਤੇ ਗਲੇ ਲੱਗਦੇ ਨੇ। ਦੂਸਰਾ ਇੱਥੇ ਜ਼ਿਆਦਾਤਰ ਜਿਹੜਾ ਨਾ ਕਿ ਐਡਲਟ ਹੋਣ ਤੋਂ ਬਾਅਦ ਮਾਂ ਬਾਪ ਹੋ ਗਏ, ਭੈਣ ਭਰਾ ਹੋ ਗਏ, ਇਹ ਗਲੇ ਨਹੀਂ ਲੱਗਦੇ। ਬੇਗਮ ਕੋਲੋਂ ਕਨਫਰਮ ਕੀਤਾ ਮੈਂ, ਇਹ ਕਾਮਨ ਨਹੀਂ ਹੈ। ਯਾਨੀ ਕਿ ਇੱਥੇ ਮਾਂ ਬਾਪ ਇਸ ਤਰ੍ਹਾਂ ਹੱਗ ਨਹੀਂ ਕਰਦੇ, ਗਲੇ ਨਹੀਂ ਮਿਲਦੇ। ਮਤਲਬ ਹੈ ਕਿ ਫੀਲਿੰਗ ਰੱਖਦੇ ਨੇ, ਫੀਲਿੰਗ ਜ਼ਬਾਨ ਤੋਂ ਆਪਣੀ ਫੀਲਿੰਗ ਪਹੁੰਚਾਉਂਦੇ ਨੇ, ਉਸ ਤੋਂ ਬਾਅਦ ਬਾਏ ਬਾਏ ਕਰਦੇ ਨੇ ਬਸ। 気をつけてな。ਓਕੇ ਜੀ ਸਾਸੂ ਮਾਂ, ਅੱਲਾ ਹਾਫਿਜ਼। ਬਾਏ ਬਾਏ ਜੀ ਦੋਸਤੋ, ਇੱਥੇ ਹੁੰਦਾ ਇਖਤਤਾਮ ਸਾਡੀ ਈਜ਼ੀ ਟ੍ਰਿਪ ਦਾ। ਅੱਜ ਸਾਡਾ ਆਖਰੀ ਦਿਨ ਨੇ। ਪੂਰਾ 1000 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਕਿ ਅਸੀਂ ਹੁਣ ਸ਼ੁਰੂ ਕਰ ਦਿੱਤਾ ਹੈ। ਅਸੀਂ ਪਹੁੰਚਾਂਗੇ ਤਕਰੀਬਨ 20 ਕੁ ਘੰਟਿਆਂ ਦੇ ਵਿੱਚ। ਰਸਤੇ ਦੇ ਵਿੱਚ ਰੁਕਾਂਗੇ, ਜਿੱਥੇ ਦਿਲ ਕਰੇਗਾ ਅਸੀਂ ਖਾਵਾਂਗੇ ਪੀਵਾਂਗੇ। ਹੁਣ ਅਸੀਂ ਇਹ ਡਿਸਾਈਡ ਕੀਤਾ ਕਿ ਅਸੀਂ ਰਸਤੇ 'ਚ ਵਾਪਸੀ ਦੀ ਕੋਈ ਵੀਡੀਓਜ਼ ਨਹੀਂ ਬਣਾਉਣੀ। ਬਹੁਤ ਜ਼ਿਆਦਾ ਵੀਡੀਓਜ਼ ਆਲਰੇਡੀ ਬਣਾ ਚੁੱਕੇ ਹਾਂ। ਇਸ ਵਜ੍ਹਾ ਤੋਂ ਹੁਣ ਅਸੀਂ ਖੁਦ ਨੂੰ ਜ਼ਿਆਦਾ ਟਾਈਮ ਦਿਆਂਗੇ, ਆਪਸ 'ਚ ਗੱਪਸ਼ਪ ਲਾਵਾਂਗੇ, ਸਾਡਾ ਸਫ਼ਰ ਕਿਸ ਤਰ੍ਹਾਂ ਗੁਜ਼ਰਿਆ ਉਸ ਸਫ਼ਰ ਦੇ ਬਾਰੇ 'ਚ ਗੱਲਬਾਤ ਕਰਾਂਗੇ, ਔਰ ਜਿਹੜੇ ਸਾਡੇ ਮਜ਼ੀਦ ਆਉਣ ਵਾਲੇ ਸਫ਼ਰ ਨੇ ਉਹਦੇ ਬਾਰੇ 'ਚ ਪਲੈਨਿੰਗ ਕਰਾਂਗੇ। ਇਹ ਲਾਸਟ ਦੇ ਵਿੱਚ ਕੁਝ ਸਾਡੀਆਂ ਯਾਦਾਂ ਨੇ ਜਿਹੜੀਆਂ ਅਸੀਂ ਸਫ਼ਰ ਦੇ ਦੌਰਾਨ ਮੁਖਤਲਿਫ ਜਗ੍ਹਾ ਦੇ ਉੱਤੇ ਰੁਕ ਕੇ ਤਸਵੀਰਾਂ ਲਈਆਂ ਸਨ। ਉਮੀਦ ਕਰਨਾ ਵਾ ਤੁਹਾਨੂੰ ਇਹ ਵੀਡੀਓਜ਼ ਮੇਰੀਆਂ ਕਾਫੀ ਪਸੰਦ ਆਈਆਂ ਹੋਣਗੀਆਂ। ਮੇਰਾ ਇਹ ਤਰੀਕਾਕਾਰ ਹੈ ਕਿ ਮੈਂ ਸਾਦਾ ਵੀਡੀਓਜ਼ ਬਣਾਉਣਾ ਵਾ। ਮਤਲਬ ਹੈ ਕਿ ਇਸ ਤਰ੍ਹਾਂ ਨਹੀਂ ਹੈ ਕਿ ਵਧਾ ਚੜ੍ਹਾ ਕੇ ਕਿਸੇ ਚੀਜ਼ ਨੂੰ ਬਿਆਨ ਕੀਤਾ ਜਾਏ। ਇਹ ਰੀਅਲ ਲਾਈਫ ਦੇ ਵਿੱਚ ਮੈਂ ਜਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਨਾ ਵਾ ਉਸੇ ਤਰ੍ਹਾਂ ਹੀ ਮੈਂ ਆਪਣੀ ਵੀਡੀਓਜ਼ ਦੇ ਵਿੱਚ ਬਗੈਰ ਕੁਛ ਯਾਨੀ ਕਿ ਵਧਾ ਚੜ੍ਹਾ ਕੇ ਬਿਆਨ ਕਰਨ ਦੇ ਤੁਹਾਡੇ ਨਾਲ ਆਪਣੀ ਲਾਈਫ ਦੇ ਕੁਝ ਹਿੱਸੇ ਸ਼ੇਅਰ ਕਰਨਾ ਵਾ। ਉਮੀਦ ਕਰਨਾ ਵਾ ਕਿ ਤੁਹਾਨੂੰ ਇਹ ਚੀਜ਼ਾਂ ਪਸੰਦ ਆਈਆਂ ਹੋਣਗੀਆਂ। ਆਪਣਾ ਖਿਆਲ ਰੱਖਣਾ। ਮਿਲਦੇ ਹਾਂ ਤੁਹਾਨੂੰ ਇਸੇ ਤਰ੍ਹਾਂ ਹੀ ਕਿਸੇ ਹੋਰ ਖੂਬਸੂਰਤ ਜਿਹੀ ਸੀਰੀਜ਼ ਦੇ ਵਿੱਚ। ਖੁਦਾ ਹਾਫਿਜ਼।